Hello, welcome all in this online series of lectures on fluid mechanics, and today we are having our lecture 1. This is our content for today's lecture. First of all, we will study different states of matter. Basically, there are three states of matter: solid, liquid and gas, and our concern is gases and liquid. Then we have difference between liquid and gases. Then we have introduction to fluid mechanics. Then we will study what are the significance of fluid mechanics, कि ਆਪਾਂ fluid mechanics ਨੂੰ ਪੜ੍ਹਨਾ ਕਿਉਂ ਹੈ. Then we will study ideal and real fluid and what is the difference between them. And then in the end we will study that what are the different branches of fluid mechanics. ਆਪਾਂ ਆਪਣਾ ਪਹਿਲਾ ਟੌਪਿਕ ਸਟਾਰਟ ਕਰਦੇ ਹਾਂ, ਦੈਟ ਇਜ਼ ਸਟੇਟ ਆਫ ਮੈਟਰ. ਹੁਣ ਸਾਡੇ ਕੋਲ ਕੀ ਹੈ, ਤਿੰਨ ਸਟੇਟ ਆਫ ਮੈਟਰ ਹੁੰਦੇ ਨੇ: ਸੋਲਿਡ, ਲਿਕੁਇਡ ਐਂਡ ਗੈਸ. ਮਤਲਬ ਕਿ ਦੁਨੀਆ ਦੇ ਵਿੱਚ ਜੇ ਕੋਈ ਵੀ ਚੀਜ਼ ਹੈ, ਜਾਂ ਤਾਂ ਉਹ ਸੋਲਿਡ ਹੋਏਗੀ, ਜਾਂ ਉਹ ਲਿਕੁਇਡ ਹੋਏਗੀ, ਜਾਂ ਉਹ ਗੈਸ ਹੋਏਗੀ. ਇਹਨਾਂ ਤਿੰਨਾਂ ਤੋਂ ਇਲਾਵਾ ਜੇ ਕੁਛ ਹੈ ਉਹ ਵੈਕਿਊਮ ਹੈ. ਉਹ ਕੀ ਹੈ? ਕੁਛ ਵੀ ਨਹੀਂ ਹੈ, ਖਾਲੀ. ਹੁਣ ਲਿਕੁਇਡ ਅਤੇ ਗੈਸ ਨੂੰ ਆਪਾਂ ਕੰਬਾਈਨ ਦੇ ਵਿੱਚ ਕੀ ਕਹਿ ਦਿੰਦੇ ਹਾਂ? ਫਲੂਇਡ. ਹੁਣ ਇਹਨੂੰ ਸਮਝਾਂਗੇ ਕਿ ਫਲੂਇਡ ਕਿਉਂ ਕਹਿੰਦੇ ਨੇ. ਹੁਣ ਜਿਹੜਾ ਸੋਲਿਡ ਹੈ ਉਹ ਫਲੋ ਨਹੀਂ ਕਰ ਸਕਦਾ, ਉਹ ਹਵਾ ਦੀ ਤਰ੍ਹਾਂ, ਪਾਣੀ ਦੀ ਤਰ੍ਹਾਂ ਬਹਿ ਨਹੀਂ ਸਕਦਾ. ਹੁਣ ਲਿਕੁਇਡ ਹੈ, ਇਹ ਫਲੋ ਕਰ ਸਕਦਾ, ਇਹ ਬਹਿ ਸਕਦਾ. ਹੁਣ ਗੈਸ ਹੈ, ਗੈਸ ਵੀ ਹਵਾ, ਇਹ ਵੀ ਕੀ ਕਰਦੀ ਹੈ? ਫਲੋ ਕਰਦੀ ਹੈ. ਅਤੇ ਇਸ ਕਰਕੇ ਇਹਨਾਂ ਦੋਨਾਂ ਨੂੰ ਕੰਬਾਈਨ ਦੇ ਵਿੱਚ ਕੀ ਕਹਿ ਦਿੰਦੇ ਆਪਾਂ ਜੀ? ਫਲੂਇਡ ਕਹਿ ਦਿੰਦੇ ਹਾਂ. ਹੁਣ ਜੇ ਆਪਾਂ ਗੱਲ ਕਰੀਏ ਸੋਲਿਡ ਦੀ, ਹੁਣ ਸੋਲਿਡ ਜਿਵੇਂ ਕਿ ਲੋਹਾ ਹੈ. ਹੁਣ ਲੋਹਾ ਦੇ ਆਪਣਾ ਕੋਈ ਆਕਾਰ ਹੁੰਦਾ, ਉਹਨੂੰ ਤੁਸੀਂ ਪ੍ਰੈਸ ਕਰੋ ਜਾਂ ਉਹਨੂੰ ਬੱਕਟ ਦੇ ਵਿੱਚ ਪਾ ਦਿਓ ਤਾਂ ਉਹ ਬੱਕਟ ਦੀ ਸ਼ੇਪ ਨਹੀਂ ਲੈ ਲਏਗਾ, ਉਹਦੀ ਕੋਈ ਪ੍ਰੋਪਰ ਆਪਣੀ ਫਿਕਸਡ ਸ਼ੇਪ ਹੈ. ਉਹ ਰਿਜਿਡ ਹੈ, ਮਤਲਬ ਹਾਰਡ ਹੈ, ਉਹਦੀ ਫਿਕਸਡ ਸ਼ੇਪ ਹੈ, ਉਹਦਾ ਫਿਕਸਡ ਵੋਲੀਅਮ ਹੈ. ਕਿਉਂ? ਕਿਉਂਕਿ ਉਹਦੀ ਡਿਮੈਂਸ਼ਨਸ ਕੀ ਨੇ? ਫਿਕਸਡ ਨੇ. ਉਹਦੀ ਲੈਂਥ ਫਿਕਸ ਹੈ, ਉਹਦੀ ਬ੍ਰੈਡਥ ਫਿਕਸ ਹੈ, ਉਹਦੀ ਹਾਈਟ ਫਿਕਸ ਹੈ. ਹੁਣ ਆਪਾਂ ਗੱਲ ਕਰੀਏ ਲਿਕੁਇਡ ਦੀ. ਲਿਕੁਇਡ ਜਿਹੜਾ ਰਿਜਿਡ ਨਹੀਂ ਹੈ. ਤੁਹਾਨੂੰ ਪਤਾ ਹੈ, ਜਿਵੇਂ ਮੰਨ ਲਓ ਕਿ ਤੁਹਾਡੇ ਕੋਲ 1 ਲੀਟਰ ਪਾਣੀ ਹੈ, ਉਸ ਨੂੰ ਤੁਸੀਂ ਜੱਗ ਦੇ ਵਿੱਚ ਪਾ ਦਿਓ, ਉਹ ਜੱਗ ਦੀ ਸ਼ੇਪ ਲੈ ਲੈਂਦਾ. ਉਹਨੂੰ ਕਿਸੇ ਹੋਰ ਕੰਟੇਨਰ ਦੇ ਵਿੱਚ ਪਾ ਦਿਓ, ਮੰਨ ਲਓ ਬੱਕਟ ਦੇ ਵਿੱਚ ਤੁਸੀਂ 1 ਲੀਟਰ ਆਪਣਾ ਪਾਣੀ ਪਾ ਤਾ ਜੀ, ਉਸ ਬੱਕਟ ਦੀ ਸ਼ੇਪ ਲੈ ਲਏਗਾ. ਇਟ ਮੀਨਸ ਉਹਦੀ ਕੋਈ ਫਿਕਸਡ ਸ਼ੇਪ ਨਹੀਂ ਹੈ, ਉਹ ਜਿਹੜਾ ਵੀ ਕੰਟੇਨਰ ਹੈ ਉਸ ਦੀ ਸ਼ੇਪ ਲੈ ਲੈਂਦਾ. ਅਤੇ ਉਸਦਾ ਵੋਲੀਅਮ ਜੋ ਹੈ ਉਹ ਫਿਕਸਡ ਹੈ. ਜੇ 1 ਲੀਟਰ ਪਾਣੀ ਹੈ ਤਾਂ ਉਹ ਬਾਲਟੀ 'ਚ ਵੀ 1 ਲੀਟਰ ਹੀ ਹੈ ਅਤੇ ਜੱਗ 'ਚ ਵੀ 1 ਲੀਟਰ ਹੀ ਹੈ. ਜੇ ਉਸਨੂੰ ਮੱਗ ਵਗੈਰਾ 'ਚ ਪਾ ਦਿਓ ਤਾਂ ਉਸਦਾ ਵੋਲੀਅਮ ਜੋ ਹੈ ਉਹ 1 ਲੀਟਰ ਹੀ ਹੈ. ਅਤੇ ਜੇ ਆਪਾਂ ਗੱਲ ਕਰੀਏ ਗੈਸ ਦੀ, ਹੁਣ ਗੈਸ ਜੋ ਹੈ ਨਾ, ਇਸ ਦਾ ਕੋਈ ਆਕਾਰ ਨਹੀਂ ਹੈ. ਹੁਣ ਹਵਾ ਹੈ, ਸਾਡੇ ਸਾਹਮਣੇ ਹੈ, ਪਰ ਸਾਨੂੰ ਦਿਸ ਨਹੀਂ ਰਹੀ, ਰਿਜਿਡ ਬਿਲਕੁਲ ਨਹੀਂ ਹੈ. ਹਵਾ ਨੂੰ ਤੁਸੀਂ ਲਿਫਾਫੇ 'ਚ ਪਾ ਲਓ, ਹਵਾ ਨੂੰ ਤੁਸੀਂ ਗੁਬਾਰੇ 'ਚ ਪਾ ਲਓ, ਹਵਾ ਨੂੰ ਤੁਸੀਂ ਸਿਲੰਡਰ 'ਚ ਪਾ ਲਓ. ਹੁਣ ਜੇ ਆਪਾਂ ਐਗਜ਼ਾਮਪਲ ਦਈਏ ਗੈਸ ਸਿਲੰਡਰ ਦੀ, ਸਾਡੇ ਘਰ ਗੈਸ ਸਿਲੰਡਰ ਹੈ, ਉਸ ਦੇ ਵਿੱਚ 14.2 ਲੀਟਰ ਗੈਸ ਭਰੀ ਜਾਂਦੀ ਹੈ. ਉਸ ਦੇ ਵਿੱਚੋਂ ਜੇ ਤੁਸੀਂ ਥੋੜ੍ਹੀ ਜਿਹੀ ਗੈਸ ਕੱਢੋ, ਕੀ ਉਹ ਸਾਰੀ ਕਿਚਨ ਦੇ ਵਿੱਚ ਫੈਲ ਜਾਂਦੀ ਹੈ? ਹਾਂਜੀ, ਫੈਲ ਜਾਂਦੀ ਹੈ. ਜਿਹੜੀ ਇਹ ਗੈਸ, ਮੰਨ ਲਓ ਤੁਸੀਂ 10 ਗ੍ਰਾਮ ਗੈਸ ਉਹਦੇ ਵਿੱਚੋਂ ਨਿਕਾਲੀ, ਜਿਹੜੀ 10 ਗ੍ਰਾਮ ਗੈਸ ਪਹਿਲਾਂ ਸਿਲੰਡਰ ਦੇ ਵਿੱਚ ਸੀਗੀ, ਉਸ 10 ਗ੍ਰਾਮ ਗੈਸ ਨੇ ਤੁਹਾਡਾ ਪੂਰੇ ਕਿਚਨ ਦਾ ਵੋਲੀਅਮ ਓਕਿਊਪਾਈ ਕਰ ਲਿਆ. ਅਤੇ ਇਸ ਦਾ ਕੀ ਮਤਲਬ ਹੋਇਆ ਕਿ ਗੈਸ ਦੀ ਇੱਕ ਤਾਂ ਫਿਕਸਡ ਸ਼ੇਪ ਕੋਈ ਨਹੀਂ ਹੈ, ਪਹਿਲਾਂ ਉਹ ਸਿਲੰਡਰ ਦੇ ਵਿੱਚ ਹੀ, ਹੁਣ ਉਹ ਕਮਰੇ ਦੇ ਵਿੱਚ ਹੀ, ਸ਼ੇਪ ਬਦਲ ਗਈ. ਅਤੇ ਉਸਦਾ ਕੋਈ ਫਿਕਸਡ ਵੋਲੀਅਮ ਵੀ ਨਹੀਂ ਹੈ. 10 ਗ੍ਰਾਮ ਗੈਸ ਤੁਸੀਂ ਸਿਲੰਡਰ ਦੇ ਵਿੱਚ ਹੀ ਵੀ ਪਾ ਸਕਦੇ ਹੋ ਅਤੇ ਉਸਨੂੰ ਪੂਰੇ ਕਮਰੇ ਦੇ ਵਿੱਚ ਵੀ ਫੈਲਾ ਸਕਦੇ ਹੋ. ਜੇ ਉਹ ਕਿਚਨ 'ਚੋਂ ਬਾਹਰ ਨਿਕਲ ਗਈ ਤਾਂ ਉਹ ਇਨਵਾਇਰਮੈਂਟ 'ਚ ਚੱਲ ਗਈ, ਜਿਸ ਦਾ ਵੋਲੀਅਮ ਦਾ ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ. ਨੈਕਸਟ ਟੋਪਿਕ ਇਜ਼ ਡਿਫਰੈਂਸ ਬਿਟਵੀਨ ਲਿਕੁਇਡ ਐਂਡ gases. And the first difference is liquid have definite volume at any particular temperature and gases do not have any definite volume. ਜਿਵੇਂ ਕਿ ਆਪਾਂ ਪਹਿਲਾਂ ਡਿਸਕਸ ਕੀਤਾ ਹੈ
कि लिक्विड का कोई फिक्सड वॉल्यूम होंदा है तो गैसिस का कोई फिक्सड वॉल्यूम नहीं होंदा। जिवें कि आप एग्जाम्पल लई कि किचन वाला सिलेंडर दी। नैक्सट इज दी लिक्विड हैव फ्री लैवल सरफेस एंड गैसिस डू नॉट हैव फ्री लैवल सरफेस। हुण इसनूं समझांगे। इमैजिन करो तुसीं कोई तलाब देखण गए ਜਾਂ ਸਮੁੰਦਰ ਦੇਖਿਆ, ਉਸ ਦੇ ਵਿੱਚ ਜਿਹੜਾ ਪਾਣੀ ਹੁੰਦਾ ਹੈ ਉਹ ਲਿਕੁਇਡ ਹੁੰਦਾ ਹੈ, ਉਸ ਦਾ ਕੋਈ ਫਰੀ ਲੈਵਲ ਸਰਫੇਸ ਹੁੰਦਾ ਹੈ। ਮਤਲਬ ਕਿ ਤੁਹਾਨੂੰ ਦਿਸਦਾ ਹੈ ਕਿ ਪਾਣੀ ਇਸ ਲੈਵਲ ਤੱਕ ਹੈ, ਇੱਥੋਂ ਤੱਕ ਪਾਣੀ ਹੈ ਜੀ, ਪਰ ਉਸ ਦੇ ਉੱਤੇ ਹਵਾ ਵੀ ਹੁੰਦੀ ਹੈ। ਕੀ ਤੁਸੀਂ ਦੇਖ ਕੇ ਦੱਸ ਸਕਦੇ ਹੋ ਕਿ ਇਸ ਲੈਵਲ ਤੱਕ ਹਵਾ ਹੈ, ਇਸ ਤੋਂ ਉੱਤੇ ਨਹੀਂ ਹੈ, ਜਾਂ ਇਸ ਲੈਵਲ ਤੱਕ ਨਾਈਟ੍ਰੋਜਨ ਹੈ, ਇਸ ਤੋਂ ਉੱਤੇ ਹਾਈਡਰੋਜਨ ਹੈ? ਨਹੀਂ। ਇਸ ਕਰਕੇ ਲਿਕੁਇਡ ਕੀ ਹੈ, ਉਹਦਾ ਕੋਈ ਫਰੀ ਲੈਵਲ ਸਰਫੇਸ ਹੁੰਦਾ ਹੈ ਕਿ ਆਪਾਂ ਦੱਸ ਸਕਦੇ ਹਾਂ ਕਿ ਇਸ ਲੈਵਲ ਤੱਕ ਕੀ ਹੈ, ਲਿਕੁਇਡ ਹੈ, ਇਸ ਤੋਂ ਉੱਤੇ ਹਵਾ ਹੈ। ਪਰ ਜਿਹੜੀ ਗੈਸ ਹੈ ਉਸ ਦੇ ਬਾਰੇ ਆਪਾਂ ਕੁਛ ਨਹੀਂ ਕਹਿ ਸਕਦੇ ਕਿ ਇੱਥੋਂ ਤੱਕ ਇਹ ਵਾਲੀ ਗੈਸ ਹੈ ਜਾਂ ਗੈਸ ਕਿੰਨੀ ਹੈ ਜੀ ਇਸ ਦੇ ਵਿੱਚ, ਕਿਉਂਕਿ ਉਹ ਦਿਸਦੀ ਨਹੀਂ ਹੈ। ਨੈਕਸਟ ਹੈ ਜੀ ਮੋਲੀਕਿਊਲਸ ਆਫ ਲਿਕੁਇਡ ਆਰ ਕਲੋਜ਼ ਟੂ ਈਚ ਅਦਰ ਐਂਡ ਮੋਲੀਕਿਊਲਸ ਆਫ ਗੈਸਿਸ ਆਰ ਫਾਰ ਅਪਾਰਟ। ਇਹ ਡਿਫਰੈਂਸ ਡੈਂਸਿਟੀ ਦੇ ਉੱਤੇ ਬੇਸਡ ਹੈ। ਹੁਣ ਸਾਨੂੰ ਪਤਾ ਹੈ ਸੋਲਿਡ ਦੀ ਡੈਂਸਿਟੀ ਸਭ ਤੋਂ ਜ਼ਿਆਦਾ, ਲਿਕੁਇਡ ਦੀ ਉਸ ਤੋਂ ਘੱਟ, ਗੈਸ ਦੀ ਸਭ ਤੋਂ ਘੱਟ। ਹੁਣ ਜਿਵੇਂ ਜਿਵੇਂ ਡੈਂਸਿਟੀ ਘਟੇਗੀ ਤਾਂ ਮੋਲੀਕਿਊਲਸ ਵੀ ਉਸ ਚੀਜ਼ ਦੇ ਦੂਰ ਦੂਰ ਜਾਈ ਜਾਣਗੇ। ਇਸੇ ਕਰਕੇ ਕਹਿ ਸਕਦੇ ਹਾਂ ਲਿਕੁਇਡ ਦੇ ਜਿਹੜੇ ਮੋਲੀਕਿਊਲਸ ਨੇ ਉਹ ਇੱਕ ਦੂਸਰੇ ਦੇ ਕਲੋਜ਼ ਨੇ, ਅਤੇ ਗੈਸ ਦੇ ਜਿਹੜੇ ਮੋਲੀਕਿਊਲਸ ਨੇ ਉਹ ਕੀ ਨੇ, ਦੂਰ ਦੂਰ ਨੇ। Next is liquid have relatively more molecular attraction and gases have less molecular attraction। ਹੁਣ ਇਸ ਦੇ ਕੇਸ 'ਚ ਲਿਕੁਇਡ ਦੇ ਕੇਸ 'ਚ ਆਪਾਂ ਪੜ੍ਹਿਆ ਕਿ ਮੋਲੀਕਿਊਲਸ ਕੀ ਨੇ, ਪਾਸ ਨੇ, ਅਤੇ ਗੈਸਿਸ ਦੇ ਕੇਸ 'ਚ ਕੀ ਨੇ, ਮੋਲੀਕਿਊਲਸ ਦੂਰ ਦੂਰ। ਜੇ ਮੋਲੀਕਿਊਲਸ ਪਾਸ ਹੋਣਗੇ ਤਾਂ ਉਹਨਾਂ ਦੇ ਵਿੱਚ ਅਟਰੈਕਸ਼ਨ ਵੀ ਕੀ ਹੋਏਗੀ, ਜ਼ਿਆਦਾ ਹੋਏਗੀ। ਜੇ ਦੂਰ ਦੂਰ ਹੋਣਗੇ ਤਾਂ ਉਹਨਾਂ ਦੇ ਵਿੱਚ ਅਟਰੈਕਸ਼ਨ ਵੀ ਕੀ ਹੋਏਗੀ, ਘੱਟ ਹੋਏਗੀ ਜੀ। Next is liquids are slightly compressible, gases are highly compressible। ਹੁਣ ਜਿਵੇਂ ਕਿ ਤੁਹਾਡੇ ਕੋਲ ਪਹਿਲਾਂ 1 ਲੀਟਰ ਪਾਣੀ ਸੀ, ਹੁਣ ਜੋ ਮੈਂ ਕਹਾਂ ਕਿ ਉਹਨੂੰ ਕੰਪਰੈਸ ਕਰਕੇ ਅੱਧਾ ਲੀਟਰ ਬਣਾ ਦਿਓ, ਕੀ ਇਹ ਪੋਸੀਬਲ ਹੈ? ਨਹੀਂ। ਅਤੇ ਇਸ ਦਾ ਮਤਲਬ ਕੀ ਹੈ, ਲਿਕੁਇਡ ਨੂੰ ਆਪਾਂ ਕੰਪਰੈਸ ਨਹੀਂ ਕਰਦੇ। ਅਤੇ ਹੁਣ ਜਿੱਦਾਂ ਆਪਾਂ ਐਗਜ਼ਾਮਪਲ ਲਈਏ ਗੈਸ ਦੀ, ਹੁਣ ਡਿਓਡਰੈਂਟ ਹੈ, ਇੱਕ ਛੋਟੇ ਕੰਟੇਨਰ ਦੇ ਵਿੱਚ ਆਉਂਦਾ, ਸਿਲੰਡਰੀਕਲ ਕੰਟੇਨਰ ਦੇ ਵਿੱਚ। ਜੇ ਤੁਸੀਂ ਉਸ ਨੂੰ ਸਪਰੇਅ ਕਰੋ ਤਾਂ ਉਹ ਪੂਰੇ ਰੂਮ ਦੇ ਵਿੱਚ ਫੈਲ ਜਾਂਦਾ, ਪੂਰਾ ਹੀ ਡਿਓਡਰੈਂਟ। ਅਤੇ ਇਟ ਮੀਨਸ ਜਿਹੜਾ ਕਿ ਡਿਓਡਰੈਂਟ ਪੂਰੇ ਰੂਮ ਦੇ ਵਿੱਚ ਫੈਲ ਗਿਆ, ਉਹੀ ਗੈਸ ਉਸ ਛੋਟੇ ਜਿਹੇ ਕੰਟੇਨਰ ਦੇ ਵਿੱਚ ਸੀਗੀ, ਉਸ ਨੂੰ ਆਪਾਂ ਕੰਪਰੈਸ ਕਰਕੇ ਛੋਟੇ ਕੰਟੇਨਰਸ ਦੇ ਵਿੱਚ ਵੀ ਪਾ ਸਕਦੇ ਹਾਂ ਗੈਸ ਨੂੰ। ਅਤੇ ਰੇਟ ਆਫ ਡਿਫਿਊਜ਼ਨ ਆਫ ਲਿਕੁਇਡ ਇਜ਼ ਲੈਸ ਐਂਡ ਗੈਸਿਸ ਹੈਵ ਹਾਈਅਰ ਰੇਟ ਆਫ ਡਿਫਿਊਜ਼ਨ। ਇਸ ਨੂੰ ਆਪਾਂ ਡਿਸਕਸ ਕਰਾਂਗੇ ਜਿਸ ਵੇਲੇ ਆਪਾਂ ਵਿਸਕੋਸਿਟੀ ਪੜ੍ਹਾਂਗੇ। ਹੁਣ ਆਪਾਂ ਸਬਜੈਕਟ ਦੀ ਇੰਟਰੋਡਕਸ਼ਨ 'ਤੇ ਪਹੁੰਚੇ ਹਾਂ, ਆਪਣੇ ਬੇਸਿਕਸ ਕੰਸੈਪਟ ਕਲੀਅਰ ਕਰਕੇ। ਦੈਟ ਇਜ਼ ਇੰਟਰੋਡਕਸ਼ਨ। ਸਭ ਤੋਂ ਪਹਿਲਾਂ ਫਲੂਇਡ ਆਪਾਂ ਪਹਿਲਾਂ ਹੀ ਪੜ੍ਹਿਆ ਕਿ ਜਿਹੜਾ ਕਿ ਫਲੋ ਕਰ ਸਕੇ। ਜਿਵੇਂ ਬੋਟਲ 'ਚੋਂ ਪਾਣੀ ਆ ਰਿਹਾ ਗਲਾਸ ਦੇ ਵਿੱਚ, ਕੀ ਕਰ ਰਿਹਾ, ਫਲੋ ਕਰ ਰਿਹਾ। ਸੋ fluids are substances which are capable of flowing and confirming the shape of container। ਕਿ ਉਹ ਕੰਟੇਨਰ ਦੀ ਸ਼ੇਪ ਲੈ ਲੈਂਦਾ ਜੀ, ਜਿਵੇਂ ਕਿ ਆਪਾਂ ਪਹਿਲਾਂ ਡਿਸਕਸ ਕੀਤਾ। fluid can be in gas or liquid state, ਆਪਾਂ ਪਹਿਲਾਂ ਹੀ ਡਿਸਕਸ ਕਰ ਚੁੱਕੇ ਹਾਂ। ਨੈਕਸਟ ਹੈ ਜੀ ਮਕੈਨਿਕਸ। ਹੁਣ ਮਕੈਨਿਕਸ ਕੀ ਹੈ, ਇਹ ਉਹ ਬ੍ਰਾਂਚ ਆਫ ਸਾਇੰਸ ਹੈ ਜਿਹੜੀ ਡੀਲ ਕਰਦੀ ਹੈ ਕਿ ਬੋਡੀ ਰੈਸਟ ਦੇ ਵਿੱਚ ਹੈ ਜਾਂ ਮੋਸ਼ਨ ਦੇ ਵਿੱਚ ਹੈ। ਹੁਣ ਜੇ ਆਪਣਾ ਫਲੂਇਡ ਰੈਸਟ ਦੇ ਵਿੱਚ ਹੈ, ਉਹਦੀਆਂ ਕੀ ਪ੍ਰੋਪਰਟੀ ਨੇ, ਕੀ ਫੋਰਸ ਲਗਾ ਰਿਹਾ, ਕਿੱਥੇ ਕਿੱਥੇ ਲਗਾ ਰਿਹਾ। ਜੇ ਫਲੂਇਡ ਮੋਸ਼ਨ ਦੇ ਵਿੱਚ ਹੈ, ਉਹ ਕਿਸ ਤਰ੍ਹਾਂ ਦੀ ਫੋਰਸ ਲਗਾ ਰਿਹਾ, ਕਿਸ ਡਾਇਰੈਕਸ਼ਨ 'ਚ ਲਗਾ ਰਿਹਾ, ਉਸ ਨੂੰ ਕੀ ਕਹਾਂਗੇ ਆਪਾਂ, ਫਲੂਇਡ ਮਕੈਨਿਕਸ। ਜਦੋਂ ਆਪਾਂ ਫਲੂਇਡ ਅਤੇ ਮਕੈਨਿਕਸ ਨੂੰ ਮਿਕਸ ਕਰ ਦਿੰਦੇ ਹਾਂ, ਉਹਨੂੰ ਕੀ ਕਹਿੰਦੇ ਆਪਾਂ, ਫਲੂਇਡ ਮਕੈਨਿਕਸ। ਸੋ fluid mechanics is the branch of mechanics that deals with the response or behavior of fluid either at rest or in motion। Next is the significance of fluid mechanics। ਕਿ ਆਪਾਂ fluid mechanics ਪੜ੍ਹਨੀ ਕਿਉਂ ਹੈ। ਹੁਣ ਜਿਵੇਂ ਕਿ ਸਾਨੂੰ ਪਤਾ ਹੈ
ਕਿ ਸਾਡੇ ਕੋਲ ਏਅਰ, ਗੈਸਿਸ, ਓਸ਼ਨ, ਰਿਵਰ, ਇਹਨਾਂ ਵਿੱਚ ਕੀ ਹੈ? ਜਾਂ ਤਾਂ ਏਅਰ ਗੈਸ ਹੈ ਜਾਂ ਕੀ ਹੈ? ਲਿਕੁਇਡ ਹੈ। ਹੁਣ ਜਿਵੇਂ ਸੁਨਾਮੀ ਆ ਜਾਂਦੀ ਹੈ, ਜਾਂ ਆਪਾਂ ਡੈਮ ਡਿਜ਼ਾਈਨ ਕਰਨਾ ਹੈ, ਜਾਂ ਕੋਈ ਕਨਾਲ ਡਿਜ਼ਾਈਨ ਕਰਨੀ ਹੈ, ਜਾਂ ਕੋਈ ਨਦੀ ਨਾਲਾ ਵਗੈਰਾ ਹੀ ਦੇ ਬੈਂਕ ਹੀ ਆਪਾਂ ਕੀ ਕਰਨੇ ਆ? ਸਟਰੋਂਗ ਕਰਨੇ ਨੇ। ਅਤੇ ਸਾਨੂੰ ਪਤਾ ਤਾਂ ਹੋਣਾ ਚਾਹੀਦਾ ਨਾ ਕਿ ਉਸ ਦੇ ਵਿੱਚ ਜਿਹੜਾ ਫਲੂਇਡ ਮੂਵ ਕਰ ਰਿਹਾ ਉਹ ਕਿੰਨੀ ਫੋਰਸ ਲਗਾ ਰਿਹਾ। ਹੁਣ ਜਿਵੇਂ ਮੰਨ ਲਓ ਤੁਸੀਂ ਆਪਣੇ ਘਰ ਦੇ ਵਿੱਚ ਪਾਣੀ ਦੀ ਪਾਈਪਲਾਈਨ ਵਿਛਾ ਰਹੇ ਹੋ, ਅਤੇ ਮਹੀਨੇ ਬਾਅਦ ਹੀ ਉਸ ਦੇ ਵਿੱਚ ਕੀ ਹੈ? ਲੀਕੇਜ ਆਉਣੀ ਸ਼ੁਰੂ ਹੋ ਗਈ, ਅਤੇ ਉਸ ਚੀਜ਼ ਦਾ ਕੋਈ ਫਾਇਦਾ ਥੋੜ੍ਹੀ ਹੈ। ਇਸ ਕਰਕੇ ਜੇ ਆਪਾਂ ਪਹਿਲਾਂ ਹੀ ਸਟੱਡੀ ਕਰਕੇ ਕਿ ਕਿੰਨੇ ਡਾਇਆਮੀਟਰ ਦੀ ਪਾਈਪ ਲਗਾਉਣੀ ਹੈ, ਉਹਦਾ ਥਿਕਨੈਸ ਕਿੰਨੀ ਰੱਖਣੀ ਹੈ, ਇਹ ਸਭ ਚੀਜ਼ਾਂ ਪਤਾ ਹੋਣਗੀਆਂ, ਅਤੇ ਸਾਡਾ ਜਿਹੜੀ ਹੈ ਜੋ ਵੀ ਆਪਾਂ ਡਿਜ਼ਾਈਨਿੰਗ ਕਰਕੇ ਆ, ਪਾਈਪਲਾਈਨ ਵਿਛਾ ਰਹੇ ਹਾਂ ਜਾਂ ਕੋਈ ਵੀ ਚੀਜ਼ ਕੰਸਟਰਕਟ ਕਰ ਰਹੇ ਹਾਂ, ਡੈਮ, ਰਿਵਰ ਬੈਂਕਸ ਐਂਡ ਆਲ, ਅਤੇ ਉਸ ਦੀ ਕੋਈ ਲਾਈਫ ਹੋਏਗੀ ਜਿਹੜੀ ਕਿ ਪ੍ਰੀ ਡਿਟਰਮਾਈਂਡ ਹੋਏਗੀ। ਇਸ ਕਰਕੇ ਆਪਾਂ ਨੂੰ ਫਲੂਇਡ ਮਕੈਨਿਕਸ ਪੜ੍ਹਨੀ ਜ਼ਰੂਰੀ ਹੈ। ਅਤੇ ਫਲੂਇਡ ਮਕੈਨਿਕਸ ਜਿਹੜੀ ਹੈ ਉਹ ਪਬਲਿਕ ਹੈਲਥ, ਇਨਵਾਇਰਮੈਂਟ ਇੰਜੀਨੀਅਰਿੰਗ, ਹਾਈਡ੍ਰੋਲਿਕ ਇੰਜੀਨੀਅਰਿੰਗ, ਇਰੀਗੇਸ਼ਨ ਇੰਜੀਨੀਅਰਿੰਗ, ਕੋਸਟਲ ਇੰਜੀਨੀਅਰਿੰਗ ਐਂਡ ਐਕਸਟਰਾ, ਇਹਦੇ ਕੀ ਹੈ? ਬੇਸਿਸ ਫੋਰਮ ਕਰਦੀ ਹੈ। ਇਸ ਕਰਕੇ ਫਲੂਇਡ ਮਕੈਨਿਕਸ ਪੜ੍ਹਨੀ ਜ਼ਰੂਰੀ ਹੈ, ਤਾਂ ਕਿ ਸਾਨੂੰ ਫਿਊਚਰ ਦੇ ਵਿੱਚ ਕੋਈ ਪ੍ਰੋਬਲਮ ਨਾ ਆਏ। ਆਪਾਂ ਕੋਈ ਵੀ ਹਾਈਡ੍ਰੋਲਿਕ ਸਟਰਕਚਰ ਹੈ ਉਸ ਦਾ ਡਿਜ਼ਾਈਨ ਪ੍ਰੋਪਰ ਤਰੀਕੇ ਨਾਲ ਕਰ ਸਕੀਏ, ਪ੍ਰੋਪਰ ਸਮਝ ਨਾਲ ਕਰ ਸਕੀਏ। ਨੈਕਸਟ ਹੈ ਆਪਣੇ ਕੋਲ ਆਈਡੀਅਲ ਐਂਡ ਰੀਅਲ ਫਲੂਇਡ। ਹੁਣ ਆਈਡੀਅਲ ਐਂਡ ਰੀਅਲ ਫਲੂਇਡ ਚੀਜ਼ ਕੀ ਹੈ? ਜਿਹੜਾ ਆਈਡੀਅਲ ਫਲੂਇਡ ਹੈ ਨਾ, ਇਹ ਜਿਵੇਂ ਕਹਿ ਲਓ ਇੱਕ ਸਰਵਗੁਣ ਸੰਪੰਨ ਫਲੂਇਡ ਹੈ ਜੀ। ਅਤੇ ਰੀਅਲ ਫਲੂਇਡ ਕੀ ਹੈ? ਜੋ ਅਸਲ ਦੇ ਵਿੱਚ ਹੁੰਦਾ ਹੈ। ਆਈਡੀਅਲ ਫਲੂਇਡ ਆਪਾਂ ਇਮੈਜਿਨ ਕਰ ਸਕਦੇ ਹਾਂ ਕਿ ਜੀ ਸਾਡਾ ਫਲੂਇਡ ਐਵੇਂ ਦਾ ਹੋਣਾ ਚਾਹੀਦਾ, ਐਵੇਂ ਦਾ ਹੋਣਾ ਚਾਹੀਦਾ। ਅਤੇ ਰੀਅਲ ਫਲੂਇਡ ਕੀ ਹੈ? ਕਿ ਫਲੂਇਡ ਅਸਲ ਦੇ ਵਿੱਚ ਕਿਵੇਂ ਦਾ? ਫਲੂਇਡ ਇਹ ਹੈ, ਇਹ ਹੈ। ਹੁਣ ਜਿਹੜਾ ਆਈਡੀਅਲ ਫਲੂਇਡ ਹੈ ਉਹ ਕੀ ਹੈ? ਇਨਕੰਪਰੈਸੀਬਲ ਹੈ। ਅਤੇ ਰੀਅਲ ਫਲੂਇਡ ਕੀ ਹੈ? ਕੰਪਰੈਸੀਬਲ ਹੈ। ਆਈਡੀਅਲ ਫਲੂਇਡ ਆਪਾਂ ਇਮੈਜਿਨ ਕਰਦੇ ਹਾਂ ਕਿ ਇਨਕੰਪਰੈਸੀਬਲ ਹੈ, ਅਤੇ ਅਸਲ ਦੇ ਵਿੱਚ ਐਵੇਂ ਦਾ ਕੋਈ ਫਲੂਇਡ ਹੁੰਦਾ ਨਹੀਂ ਹੈ। ਰੀਅਲ ਫਲੂਇਡ ਜੋ ਅਸਲ ਦੇ ਵਿੱਚ ਐਗਜ਼ਿਸਟ ਕਰਦੇ ਨੇ ਉਹ ਕੰਪਰੈਸੀਬਲ ਹੁੰਦੇ ਨੇ। ਆਈਡੀਅਲ ਫਲੂਇਡ ਹੈਜ਼ ਜ਼ੀਰੋ ਵਿਸਕੋਸਿਟੀ। ਆਪਾਂ ਇਹ ਮੰਨ ਕੇ ਚੱਲਦੇ ਹਾਂ ਕਿ ਜਿਹੜਾ ਸਾਡਾ ਆਈਡੀਅਲ ਫਲੂਇਡ ਹੈ, ਰੈਫਰੈਂਸ ਫਲੂਇਡ ਹੈ, ਉਹ ਕੀ ਹੈ? ਉਸ ਦੀ ਵਿਸਕੋਸਿਟੀ ਕੀ ਹੈ ਜੀ? ਜ਼ੀਰੋ ਹੈ। ਉਹਦੇ 'ਚ ਚਿਪਚਿਪਾਹਟ ਕੀ ਹੈ? ਜਾਂ ਉਸ ਦੇ ਵਿੱਚ ਉਸ ਦੀ ਫਲੋ ਨੂੰ ਰਜਿਸਟੈਂਸ ਕੀ ਹੈ? ਜ਼ੀਰੋ ਹੈ ਜੀ। ਵਿਸਕੋਸਿਟੀ ਬਾਰੇ ਆਪਾਂ ਡਿਟੇਲ 'ਚ ਅੱਗੇ ਪੜ੍ਹਾਂਗੇ, ਉਸ ਟਾਈਮ ਤੁਹਾਨੂੰ ਜ਼ਿਆਦਾ ਸਮਝ ਆਏਗਾ। ਫਿਲਹਾਲ ਦੇ ਲਈ ਆਪਾਂ ਕੀ ਦਿਮਾਗ 'ਚ ਰੱਖ ਲੈਣਾ ਹੈ ਕਿ ਆਈਡੀਅਲ ਫਲੂਇਡ ਦੀ ਵਿਸਕੋਸਿਟੀ ਕੀ ਹੁੰਦੀ ਹੈ ਜੀ? ਜ਼ੀਰੋ ਹੁੰਦੀ ਹੈ। ਅਤੇ ਰੀਅਲ ਫਲੂਇਡ ਵਿਸਕਸ ਹੁੰਦਾ ਹੈ ਜੀ। ਆਈਡੀਅਲ ਫਲੂਇਡ ਹੈਜ਼ ਇਨਫਾਈਨਾਈਟ ਬਲਕ ਮੋਡੂਲਸ। ਬਲਕ ਮੋਡੂਲਸ ਕੰਪਰੈਸਿਬਿਲਿਟੀ ਦੇ ਨਾਲ ਰਿਲੇਟ ਕਰਦਾ ਹੈ। ਇਸ ਦਾ ਫਾਰਮੂਲਾ ਹੈ ਪ੍ਰੋਪਰ, ਜਿਹੜਾ ਕਿ ਆਪਾਂ ਅੱਗੇ ਦੇਖਾਂਗੇ। ਅਤੇ ਰੀਅਲ ਫਲੂਇਡ ਹੈਵ ਫਾਈਨਾਈਟ ਬਲਕ ਮੋਡੂਲਸ, ਕੁਛ ਨਾ ਕੁਛ ਉਸ ਦੀ ਵੈਲਿਊ ਹੋਏਗੀ ਜੀ। ਹੁਣ ਆਈਡੀਅਲ ਫਲੂਇਡ ਦੇ ਵਿੱਚ ਸਰਫੇਸ ਟੈਂਸ਼ਨ ਨਹੀਂ ਹੁੰਦੀ, ਰੀਅਲ ਫਲੂਇਡ ਦੇ ਵਿੱਚ ਸਰਫੇਸ ਟੈਂਸ਼ਨ ਹੁੰਦੀ ਹੈ ਜੀ। ਅਤੇ ਜਿਵੇਂ ਕਿ ਆਪਾਂ ਪਹਿਲਾਂ ਹੀ ਕਿਹਾ ਕਿ ਆਈਡੀਅਲ ਫਲੂਇਡ ਇਮੈਜਨਰੀ ਹੈ ਅਤੇ ਨੇਚਰ ਦੇ ਵਿੱਚ ਐਗਜ਼ਿਸਟ ਨਹੀਂ ਕਰਦਾ, ਅਤੇ ਰੀਅਲ ਫਲੂਇਡ ਕੀ ਹੈ? ਨੇਚਰ ਦੇ ਵਿੱਚ ਐਗਜ਼ਿਸਟ ਕਰਦਾ ਹੈ ਜੀ। ਨੈਕਸਟ ਟੋਪਿਕ ਇਜ਼ branches of fluid mechanics. There are total 4 branches of fluid mechanics. ਸਭ ਤੋਂ ਪਹਿਲਾਂ ਫਲੂਇਡ ਸਟੈਟਿਕਸ ਜਾਂ ਹਾਈਡਰੋਸਟੈਟਿਕਸ। ਇਹ ਉਹ ਬ੍ਰਾਂਚ ਹੈ ਫਲੂਇਡ ਮਕੈਨਿਕਸ ਦੀ ਜਿਹੜੀ ਕਿ ਡੀਲ ਕਰਦੀ ਹੈ ਫਲੂਇਡ ਐਟ ਰੈਸਟ, ਕਿ ਜੇ ਫਲੂਇਡ ਖੜ੍ਹਾ ਹੈ ਜੀ, ਸਥਿਰ ਹੈ, ਅਤੇ ਉਹ ਕੀ ਪ੍ਰੈਸ਼ਰ ਕਿਸ ਕਿਸ ਪੁਆਇੰਟ 'ਤੇ ਲਗਾ ਰਿਹਾ, ਕੀ ਫੋਰਸ ਕਿਸ ਕਿਸ ਪੁਆਇੰਟ 'ਤੇ ਲਗਾ ਰਿਹਾ ਜਦੋਂ ਫਲੂਇਡ ਸਾਡਾ ਖੜ੍ਹਾ ਹੈ ਜੀ, ਐਟ ਰੈਸਟ ਹੈ। ਨੈਕਸਟ ਹੈ ਜੀ ਫਲੂਇਡ ਕਾਈਨੈਮੈਟਿਕਸ। ਇਸ ਦੇ ਵਿੱਚ ਕੀ ਹੈ? ਫਲੂਇਡ ਚੱਲ ਰਿਹਾ, ਜਾਂ ਤਾਂ ਉਹ ਓਪਨ ਚੈਨਲ 'ਚ ਚੱਲ ਰਿਹਾ, ਜਿਵੇਂ ਕੈਨਾਲ ਹੋ ਗਈ, ਰਿਵਰ ਹੋ ਗਈ, ਠੀਕ ਹੈ ਜੀ, ਜਾਂ ਉਹ ਕਲੋਜ਼ ਕੰਡਿਊਟ 'ਚ ਚੱਲ ਰਿਹਾ, ਜਿਵੇਂ ਪਾਈਪਲਾਈਨਸ ਵਗੈਰਾ ਦੇ ਵਿੱਚ ਚੱਲ ਰਿਹਾ। ਪਰ ਇਸ ਕੇਸ ਦੇ ਵਿੱਚ ਆਪਾਂ ਪ੍ਰੈਸ਼ਰ ਫੋਰਸਿਸ ਨੂੰ ਕੰਸੀਡਰ ਨਹੀਂ ਕਰਦੇ। ਨੈਕਸਟ ਹੈ ਫਲੂਇਡ ਡਾਇਨਾਮਿਕਸ ਔਰ ਹਾਈਡਰੋਡਾਇਨਾਮਿਕਸ। ਇਸ ਦੇ ਕੇਸ 'ਚ ਵੀ ਫਲੂਇਡ ਚੱਲ ਤਾਂ ਰਿਹਾ ਹੈ, ਮੂਵ ਤਾਂ ਹੋ ਰਿਹਾ, ਮੋਸ਼ਨ ਦੇ ਵਿੱਚ ਹੈ, ਪਰ ਇਸ ਕੇਸ ਦੇ ਵਿੱਚ ਆਪਾਂ ਪ੍ਰੈਸ਼ਰ ਫੋਰਸਿਸ ਨੂੰ ਕੰਸੀਡਰ ਕਰਦੇ ਹਾਂ। ਨੈਕਸਟ ਹੈ ਜੀ ਹਾਈਡ੍ਰੋਲਿਕਸ।
ਇਹ ਉਹ ਬ੍ਰਾਂਚ ਹੈ ਫਲੂਇਡ ਮਕੈਨਿਕਸ ਦੀ ਜਿਹੜੀ ਕਿ ਪ੍ਰੈਕਟੀਕਲ ਅਤੇ ਐਕਸਪੈਰੀਮੈਂਟਲ ਚੀਜ਼ਾਂ ਨੂੰ ਡੀਲ ਕਰਦੀ ਹੈ। ਜਿਵੇਂ ਕਿ ਤੁਹਾਡੀ JCB ਮਸ਼ੀਨ ਹੈ ਉਹ ਹਾਈਡਰੋਲਿਕਸ 'ਤੇ ਉਸ 'ਤੇ ਬੇਸਡ ਹੈ, ਜਿਵੇਂ ਸ਼ੋਕਰ ਵਗੈਰਾ ਨੇ, ਹੋਰ ਕਈ ਸਾਰੀਆਂ ਪ੍ਰੈਕਟੀਕਲ ਐਪਲੀਕੇਸ਼ਨਸ ਨੂੰ ਹਾਈਡਰੋਲਿਕਸ ਡੀਲ ਕਰਦੀ ਹੈ। ਥੈਂਕ ਯੂ।